ਵੱਲੋਂ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਮੀਟਿੰਗ ਕਰਵਾਈ ਜਾ ਰਹੀ ਸੀ ਜਲੰਧਰ ਵਿਖੇ। ਇਹ ਮੀਟਿੰਗ ਜਿਹੜੀ ਆ ਪਹਿਲਾਂ ਲੋਹੀਆਂ ਰੱਖੀ ਗਈ ਸੀ, ਜਿਹੜੀ ਅੰਮ੍ਰਿਤਸਰ ਜਾਮਨਗਰ ਰੋਡ ਨਿਕਲ ਰਿਹਾ ਬਠਿੰਡਾ ਤੋਂ ਲੈ ਕੇ ਟਿੱਬੇ ਤੱਕ ਜਿਹੜਾ ਇਹ ਸਟ੍ਰੈਚ ਹੈਗਾ, ਉਹਦੇ ਵਿਹਾਵ ਦੇ ਉੱਤੇ ਇਹਨਾਂ ਨੇ ਅੱਜ ਵਾਤਾਵਰਣ ਦੀ ਮੀਟਿੰਗ ਕਰਵਾਈ ਸੀਗੀ। ਇਹ ਪਹਿਲਾਂ ਲੋਹੀਆਂ ਰੱਖੀ ਸੀਗੀ ਮੀਟਿੰਗ, ਪਰ ਲੋਹੀਆਂ ਵਿਖੇ ਇਹਨਾਂ ਦੇ ਅਧਿਕਾਰੀਆਂ ਦੇ ਨਾ ਪਹੁੰਚਣ ਕਰਕੇ ਮੀਟਿੰਗ ਜਿਹੜੀ ਆ ਉਹ ਰੱਦ ਹੋ ਗਈ ਸੀਗੀ। ਉਸ ਤੋਂ ਬਾਅਦ ਵਿੱਚ ਇਹਨਾਂ ਨੂੰ ਉੱਥੇ ਰਿਕੁਐਸਟ ਕੀਤੀ ਸੀ ਵੀ ਤੁਸੀਂ ਜਿੰਨੀ ਦੇਰ ਇਹ ਮੀਟਿੰਗਾਂ ਸਾਡੀਆਂ ਨਹੀਂ ਹੁੰਦੀਆਂ ਤਾਂ ਉਨੀ ਦੇਰ ਤੱਕ ਜਿਹੜੀ ਸਰਕਾਰੀ ਤੁਹਾਡੀ ਕਾਰਵਾਈ ਆ ਉਹ ਰੋਕੋ। ਪਰ ਇਹਦੇ ਉਲਟ ਇਹਨਾਂ ਨੇ ਸਾਡੀ ਇੱਕ ਨਹੀਂ ਮੰਨੀ, ਸਾਡੇ ਨਾਲ ਵਾਅਦਾ ਕਰਕੇ ਵਾਅਦਾ ਖਿਲਾਫੀ ਕੀਤੀ। ਇਹਨਾਂ ਨੇ 3D ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ, ਸਾਰੇ ਆਉਣ ਵਾਲੇ ਅਗਲੇ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤੇ। ਅੱਜ ਸਿਰਫ ਖਾਨਾ ਪੂਰਤੀ ਵਾਸਤੇ ਇੱਥੇ ਜਿਹੜੀ ਆ ਮੀਟਿੰਗ ਰੱਖੀ ਸੀਗੀ, ਜਨਤਕ ਸੁਣਵਾਈ ਰੱਖੀ ਸੀਗੀ, ਜਿਹਦਾ ਕਿ ਸਾਰੇ ਇਲਾਕੇ ਦੇ ਜਿਹੜੇ ਜ਼ਿਮੀਂਦਾਰ ਹੈਗੇ ਆ, ਸਾਰੇ ਇਲਾਕੇ ਦੇ ਕਿਸਾਨ ਆ, ਉਹ ਵਿਰੋਧ ਕਰਦੇ ਆ। ਕਿਉਂਕਿ ਇਹਨਾਂ ਕੋਲ ਸਾਨੂੰ ਦੱਸਣ ਲਈ ਕੁਝ ਨਹੀਂ ਹੈਗਾ, ਨਾ ਇਹਨਾਂ ਦੇ ਕੋਲ ਕੋਈ ਦੇਣ ਨੂੰ ਰੇਟ ਆ, ਸਾਡੀ ਲੁੱਟ ਹੋ ਰਹੀ ਆ, ਨਾ ਕੋਈ ਆਸੇ-ਪਾਸੇ ਜਿਹੜੇ ਸਾਡੇ ਰਸਤੇ ਆ ਉਹ ਵਿੱਚ ਆ ਰਹੇ ਆ, ਉਹਦੇ ਵਿੱਚ ਕੋਈ ਇਹਨਾਂ ਦਾ ਹਿਸਾਬ ਕਿਤਾਬ ਆ ਵੀ ਰਾਹ ਕਿੰਨਾ ਦੇਣਾ ਕੀ ਨਹੀਂ ਦੇਣਾ। ਐਵੇਂ ਅੱਖਾਂ ਭਜਾਈ ਜਾਂਦੇ ਆ। ਇੱਕ ਗੱਲ ਮੈਂ ਹੋਰ ਕਹਿਣੀ ਚਾਹੂੰਗਾ, NHI ਵਾਲੇ ਜਿਹੜੇ ਆ ਉਹ ਸਾਰੇ ਪੰਜਾਬ ਨੂੰ ਮੂਰਖ ਬਣਾ ਰਹੇ ਆ ਵੀ ਜਿਹੜੀ 70 ਮੀਟਰ ਐਕਵਾਇਰ ਜਾਂ 80 ਮੀਟਰ ਜੋ ਵੀ ਅਸੀਂ ਐਕਵਾਇਰ ਕਰਨਾ, ਉਹਦੇ ਵਿੱਚ ਰੋਡ ਤੋਂ ਪਾਸੇ ਜੋ ਬਚਦਾ ਉਹ ਤੁਸੀਂ ਵਰਤੀ ਜਾਓ। ਹੁਣ ਤੁਸੀਂ ਮੈਨੂੰ ਦੱਸੋ, ਜਿਹੜਾ ਮਾਲਕ ਆ, ਕੋਈ ਮਾਲਕ ਆ, ਉਹ ਆਪਦੇ ਪੈਲੀ ਵਿੱਚੋਂ ਦੀ ਆਪਦੀ ਜਗ੍ਹਾ ਵਿੱਚੋਂ ਦੀ ਲੰਘਣ ਦਿੰਦਾ ਹੈ ਕੁਛ? ਫਿਰ ਇਹਨਾਂ ਨੇ ਉੱਥੇ ਖੰਭੇ ਵੀ ਲਾਉਣੇ ਨੇ, ਰੁੱਖ ਵੀ ਲਾਉਣੇ ਨੇ, ਤੇ ਜੇ ਅਸੀਂ ਇਹਨਾਂ ਨੂੰ ਪੁੱਛਦੇ ਆ ਵੀ ਫਿਰ ਅਸੀਂ ਕਿਵੇਂ ਲੰਘਾਂਗੇ, ਇਹ ਕਹਿੰਦੇ ਤੁਸੀਂ ਏਦਾਂ ਕਰਕੇ ਵਲ ਕੇ ਲੰਘ ਜਾਓ। ਹੁਣ ਤੁਸੀਂ ਮੈਨੂੰ ਦੱਸੋ ਕਿਹੜੀ ਕੰਪੈਨ ਆ, ਕਿਹੜੀ ਮਸ਼ੀਨ ਆ ਜਿਹੜੀ ਏਦਾਂ ਕਰਕੇ ਵਲ ਕੇ ਲੰਘ ਜੂਗੀ? ਅਸੀਂ ਕਿਹੜਾ ਨਿੱਕੇ ਨਿਆਣੇ ਆ ਜਿਹੜੇ ਗਡੀਰੇ ਲਈ ਫਿਰਦੇ ਆ ਵੀ ਐਂ ਕਰਕੇ ਲੰਘ ਜਾਾਂਗੇ? ਇਹ ਸਾਨੂੰ ਮੂਰਖ ਬਣਾਉਂਦੇ ਆ। ਅਸੀਂ ਇਹਨਾਂ ਨੂੰ ਕਹਿੰਦੇ ਆ ਵੀ ਤੁਸੀਂ ਏਦਾਂ ਕਰੋ, ਨਾਲ ਹੋਰ ਐਕਵਾਇਰ ਕਰ ਲਓ ਤੇ ਸਾਨੂੰ ਸਰਵਿਸ ਲੇਨ ਦੇ ਦਿਓ ਆਸੇ-ਪਾਸੇ, ਸਾਨੂੰ ਕੋਈ ਦਿੱਕਤ ਨਾ ਆਵੇ। ਪਰ ਉਸ ਗੱਲ ਨੂੰ ਇਹ ਬਿਲਕੁਲ ਨਹੀਂ ਮੰਨਦੇ ਹੈਗੇ। ਅਸੀਂ ਜਿਹੜਾ ਅੱਜ ਇਸ ਮੀਟਿੰਗ ਦਾ ਵਿਰੋਧ ਕੀਤਾ, ਸਾਰੀ ਕਮੇਟੀ ਨੇ, ਸਾਰੀ ਜਿੰਨੇ 12 ਪਿੰਡ ਆ ਜਾਂ ਸਾਰਾ ਪੰਜਾਬ ਜੋ ਸੰਘਰਸ਼ ਕਮੇਟੀ ਕਹਿ ਰਹੀ ਆ, ਉਹਦੇ ਹਿਸਾਬ ਦੇ ਨਾਲ ਅਸੀਂ ਚੱਲ ਰਹੇ ਆ। ਜਿੰਨੀ ਦੇਰ ਸਾਡੀ ਪੰਜਾਬ ਸਰਕਾਰ ਦੇ ਨਾਲ ਜਿਹੜੀ ਕਮੇਟੀ ਬਣੀ ਆ ਉਹ ਕੋਈ ਫੈਸਲਾ ਨਹੀਂ ਕਰਦੀ, ਉਨੀ ਦੇਰ ਤੱਕ ਅਸੀਂ ਇਹਨਾਂ ਨੂੰ ਮੀਟਿੰਗਾਂ ਜਿਹੜੀਆਂ ਉਹ ਨਹੀਂ ਕਰਨ ਦੇਵਾਂਗੇ। ਅਸੀਂ ਇਹਨਾਂ ਦਾ ਵਿਰੋਧ ਕਰਦੇ ਰਹਾਂਗੇ, ਵਿਰੋਧ ਡਟ ਕੇ ਅਸੀਂ ਵਿਰੋਧ ਕਰਦੇ ਹਾਂ। ਸੈਂਟਰ ਸਰਕਾਰ ਮੁਰਦਾਬਾਦ, NHI ਮੁਰਦਾਬਾਦ, ਸੈਂਟਰ ਸਰਕਾਰ ਮੁਰਦਾਬਾਦ, ਮੋਦੀ ਸਰਕਾਰ ਮੁਰਦਾਬਾਦ, ਕਿਸਾਨ ਯੂਨੀਅਨ ਮੁਰਦਾਬਾਦ, ਕਿਸਾਨ ਯੂਨੀਅਨ ਜਿੰਦਾਬਾਦ, ਕਿਸਾਨ ਯੂਨੀਅਨ ਜਿੰਦਾਬਾਦ। ਸਾਡੇ ਹੱਕ ਇੱਥੇ ਰੱਖ, ਸਾਡੇ ਹੱਕ ਇੱਥੇ ਰੱਖ। मुर्दाबाद, किसान यूनियन जिंदाबाद, किसान यूनियन जिंदाबाद, मोदी सरकार मुर्दाबाद, पंजाब सरकार मुर्दाबाद। मोदी सरकार मुर्दाबाद, मोदी सरकार मुर्दाबाद, कैप्टन सरकार मुर्दाबाद, जानी पानी मुर्दाबाद, जानी पानी मुर्दाबाद, जानिया पानी ना यार कैप्टन मुर्दाबाद। ਸਭ ਤੋਂ ਪਹਿਲੀ ਗੱਲ ਇਹ ਕਰਨੀ ਚਾਹੁੰਦੇ ਆ ਜੀ, ਇੱਕ ਬੰਨੇ ਤੇ ਸਰਕਾਰ ਲੋਕਡਾਊਨ ਲਾਉਂਦੀ ਆ, ਕਰੋਨਾ ਹੋਇਆ ਆ ਤੇ ਮੂੰਹ ਬੰਦ ਰੱਖੋ। ਦੂਜੇ ਬੰਨੇ ਤੁਸੀਂ ਆ ਜਾਂਦੇ ਹੋ, ਸਾਡੇ ਅਫਸਰ ਸਾਹਿਬਾਨ ਆਏ ਨੇ ਕਿ ਤੁਸੀਂ ਮੂੰਹ ਖੋਲੋ। ਦੱਸੋ ਅਸੀਂ ਕਿਹੜਾ ਕੰਮ ਕਰੀਏ? ਇਹ ਜ਼ਰੂਰੀ ਸੀ ਮੀਟਿੰਗ। ਅਸੀਂ ਸਾਡੇ ADC ਸਾਹਿਬ ਸ੍ਰੀ ਰਾਹੁਲ ਚਾਂਬਾ ਜੀ, ਆਪਾਂ ਸੁਲਤਾਨਪੁਰ ਵੀ ਸਾਡੇ ਨਾਲ ਇਹੀ ਕਮਿਟਮੈਂਟ ਹੋਈ ਸੀ, ਤੁਸੀਂ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਜਿੰਨਾ ਚਿਰ ਦਿੱਲੀ ਵਾਲਾ ਮਸਲਾ ਹੱਲ ਨਹੀਂ ਹੁੰਦਾ ਉਹਨਾਂ ਚਿਰ ਅੱਗੇ ਤੋਂ ਨਾ ਤੇ ਕੋਈ ਮੀਟਿੰਗ ਹੋਊਗੀ ਔਰ ਨਾ ਹੀ ਕੋਈ ਇਹ ਨੈਸ਼ਨਲ ਐਕਸਪ੍ਰੈਸਵੇ ਵਾਲੇ ਤੁਹਾਡੇ ਖੇਤਾਂ 'ਚ ਆਉਣਗੇ। ਪਰ ਉਸ ਤੋਂ ਬਾਅਦ ਦੇ ਵਿੱਚ ਅਸੀਂ ਬਹੁਤ ਥਾਈਂ ਇਹਨਾਂ ਨੂੰ ਫੜਿਆ। ਉਧਰ ਰਣਧੀਰਪੁਰ ਆਏ, ਸਾਨੂੰ ਇਹਨਾਂ ਨੇ ਇਤਲਾਹ ਕੀਤੀ, ਅਸੀਂ ਉੱਥੇ ਆਏ, ਅਸੀਂ ਉਹਨਾਂ ਨੂੰ ਪੁੱਛਿਆ ਵੀ ਦੱਸੋ ਤੁਸੀਂ ਕਿਹਦੀ ਇਜਾਜ਼ਤ ਲੈ ਕੇ ਆਏ ਆ, ਤੁਹਾਨੂੰ ਕਿਸ ਅਫਸਰ ਸਾਹਿਬਾਨ ਨੇ ਮਨਜ਼ੂਰੀ ਦਿੱਤੀ ਆ? ਉਹ ਕਹਿੰਦੇ ਸਾਨੂੰ ਕਿਸੇ ਨੇ ਨਹੀਂ ਦਿੱਤੀ। ਹੁਣ ਤੁਸੀਂ ਦੱਸੋ ਵੀ ਇਹਦਾ ਮਤਲਬ ਕੀ ਹੋਇਆ? ਅਸੀਂ ਕੀ ਸਮਝੀਏ? ਮਨਜ਼ੂਰੀ ਤੋਂ ਬਿਨਾਂ ਕਿੱਦਾਂ ਆ ਸਕਦੇ ਆ? ਪੰਜਾਬ ਸਰਕਾਰ ਇੱਕ ਬੰਨੇ ਸਾਡੇ ਨਾਲ ਮੀਟਿੰਗਾਂ ਕਰਦੀ ਆ, ਹੈ
ਸਿੰਗਲਾ ਸਾਹਿਬ ਨੇ ਅੱਗੇ 3 ਮੀਟਿੰਗਾਂ ਕੀਤੀਆਂ, ਅੱਜ ਫੇਰ ਚੱਲਦੀ ਆ। ਔਰ ਜਦੋਂ ਮੀਟਿੰਗਾਂ ਕਰਦੀ ਆ, ਜਿੰਨਾ ਚਿਰ ਉਹ ਕੋਈ ਮਸਲਾ ਹੱਲ ਨਹੀਂ ਹੁੰਦਾ, ਜਿੰਨਾ ਚਿਰ ਕਿਸੇ ਆਪਾਂ ਨਤੀਜੇ ਤੇ ਨਹੀਂ ਪਹੁੰਚਦੇ, ਇਹਨਾਂ ਮੀਟਿੰਗਾਂ ਦਾ ਮੈਂ ਸਮਝਦਾ ਕੋਈ ਸੜਕਾਂ ਵਾਸਤੇ ਜ਼ਮੀਨ ਦੇਣ ਤੋਂ ਕੋਰੀ ਨਾ ਸੜਕਾਂ ਵਾਸਤੇ ਜ਼ਮੀਨ ਦੇਣ ਤੋਂ ਕੋਰੀ ਨਾ ਮੋਦੀ ਸਰਕਾਰ ਮੁਰਦਾਬਾਦ, ਐਨਐਚਏਆਈ ਮੁਰਦਾਬਾਦ, ਐਨਐਚਏਆਈ ਮੁਰਦਾਬਾਦ, ਐਨਐਚਏਆਈ ਮੁਰਦਾਬਾਦ, ਪੰਜਾਬ ਸਰਕਾਰ ਮੁਰਦਾਬਾਦ, ਪੰਜਾਬ ਸਰਕਾਰ ਮੁਰਦਾਬਾਦ, ਪੰਜਾਬ ਸਰਕਾਰ ਮੁਰਦਾਬਾਦ। ਮੈਂ ਕਿਹਾ ਸੜਕਾਂ ਵਾਸਤੇ ਜ਼ਮੀਨ ਨਹੀਂ ਦਿਆਂਗੇ, ਇਹਨਾਂ ਸੜਕਾਂ ਵਾਸਤੇ ਜ਼ਮੀਨ ਨਹੀਂ ਦਿਆਂਗੇ, ਇਹਨਾਂ ਸੜਕਾਂ ਵਾਸਤੇ ਜ਼ਮੀਨ ਨਹੀਂ ਦਿਆਂਗੇ, ਮੋਦੀ ਸਰਕਾਰ ਮੁਰਦਾਬਾਦ, ਮੋਦੀ ਸਰਕਾਰ ਮੁਰਦਾਬਾਦ, ਮੋਦੀ ਸਰਕਾਰ ਮੁਰਦਾਬਾਦ, ਮੋਦੀ ਸਰਕਾਰ ਮੁਰਦਾਬਾਦ, ਪੰਜਾਬ ਸਰਕਾਰ ਮੁਰਦਾਬਾਦ, ਪੰਜਾਬ ਸਰਕਾਰ ਮੁਰਦਾਬਾਦ, ਪੰਜਾਬ ਸਰਕਾਰ ਮੁਰਦਾਬਾਦ। ਇਹ ਕਾਲੇ ਕਾਨੂੰਨ ਰੱਦ ਕਰੋ, ਕਾਲੇ ਕਾਨੂੰਨ ਰੱਦ ਕਰੋ, ਕਾਲੇ ਕਾਨੂੰਨ ਰੱਦ ਕਰੋ। ਆਪਦੇ ਹੱਕ ਲੈ ਕੇ ਰਹਾਂਗੇ, ਆਪਦੇ ਹੱਕ ਲੈ ਕੇ ਰਹਾਂਗੇ, ਆਪਦੇ ਹੱਕ ਲੈ ਕੇ ਰਹਾਂਗੇ। ਇਹਨਾਂ ਸੜਕਾਂ ਵਾਸਤੇ ਜ਼ਮੀਨ ਨਹੀਂ ਦਿਆਂਗੇ, ਇਹਨਾਂ ਸੜਕਾਂ ਵਾਸਤੇ ਜ਼ਮੀਨ ਨਹੀਂ ਦਿਆਂਗੇ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਇਹੋ ਜਿਹਾ ਮੇਰੇ ਕਿਉਂਕਿ ਅਵਾਰਡ ਜਿਹੜਾ ਹਜੇ ਤਿਆਰ ਹੋ ਹੀ ਨਹੀਂ ਰਿਹਾ, ਉਹ ਸਭ ਤਿਆਰ ਹੋਏਗਾ ਕਿ ਅਲਟੀਮੇਟਲੀ ਜਿਹੜੇ ਜ਼ਮੀਨਾਂ ਤੇ ਜਿਹੜੀ ਤੁਹਾਡੀ ਜਮ੍ਹਾਂਬੰਦੀਆਂ ਜਿਹੜੀਆਂ ਨੇ ਤੇ ਜਿਹੜੀ ਇਸ ਵੇਲੇ ਕਲੈਕਟਰ ਰੇਟ ਹੈ, ਬਾਜ਼ਾਰੀ ਰੇਟ ਦੀ ਵੈਰੀਫਿਕੇਸ਼ਨ ਕਰਨ ਤੋਂ ਬਾਅਦ ਜ਼ਮੀਨ ਦੀ ਕਿਸਮ ਕੀ ਹੈ, ਉਸ ਤੋਂ ਬਾਅਦ ਜਿਹੜਾ ਮੇਰਾ ਵੀ ਜਿਹੜਾ ਅਵਾਰਡ ਵੀ ਜਿਹੜਾ ਡਰਾਫਟ ਯਾਨੀ ਕਿ ਜਿਹੜਾ ਕੱਚਾ ਜਿਹੜਾ ਤਜਵੀਜ਼ ਹੈ ਉਹ ਤਿਆਰ ਕੀਤੀ ਜਾਏਗੀ। ਉਸ ਤੋਂ ਬਾਅਦ ਫਿਰ ਜਿਹੜਾ ਕਿਸਾਨਾਂ ਦੇ ਨਾਲ ਗੱਲਬਾਤ ਕਰਕੇ ਉਹਨੂੰ ਫਾਈਨਲ ਕੀਤਾ ਜਾਏ। ਦੂਸਰੀ ਗੱਲ ਸਰ ਇਹ ਹੈ ਕਿ ਜਿਹੜੀਆਂ ਜ਼ਮੀਨਾਂ ਨਾਲ ਦੀਆਂ ਵਿੱਚ ਆਉਂਦੀਆਂ ਉਹਨਾਂ ਦਾ ਤਾਂ ਨੁਕਸਾਨ ਹੈ, ਜਿਹੜੀਆਂ ਬਾਕੀ ਦੀਆਂ ਜ਼ਮੀਨਾਂ ਜਾਂ ਪਿੰਡਾਂ ਦੇ ਵਿੱਚ ਵੀ ਜਿੱਥੇ ਡਾਫ ਲੱਗ ਜਾਣੀ ਆ, ਪਾਣੀ ਜਿਹੜਾ ਉਹਦੀ ਬਲੋਕੇਜ ਹੋ ਜਾਣੀ ਆ, ਔਰ ਉਹਦੇ ਨਾਲ ਸਾਡੀਆਂ ਸਾਰੀਆਂ ਜ਼ਮੀਨਾਂ ਜਿਹੜੀਆਂ ਉਹ ਅਫੈਕਟ ਹੋਣੀਆਂ। ਸਰ ਜਿਹੜੀ 12-13 ਫੁੱਟ ਉੱਚੀ ਰੋਡ ਆ, ਉਹਦੇ ਨਾਲ ਉਹਦੇ ਸ਼ੈਡੋ ਨਾਲ ਹੀ ਫਸਲ ਬਹੁਤ ਖਰਾਬ ਹੋਣੀ ਹੈ। ਉੱਥੇ ਇੰਨੀ ਦੂਰ ਤੱਕ ਕੀਤਾ ਜਾਏਗਾ ਉਹ ਪ੍ਰੋਜੈਕਟ ਪ੍ਰਪੋਜ਼ਲ ਦਾ ਹਿੱਸਾ ਹੀ ਤਜਵੀਜ਼ ਦਾ ਹਿੱਸਾ ਹੀ। ਇਹ ਅਸੀਂ ਉਸ ਬੰਦੇ ਮੰਨਦੇ ਨੇ। ਦੂਜਾ ਜਿਹੜਾ ਹੈ ਸਾਡੇ ਪਾਸ ਰੈਵਨਿਊ ਡਿਪਾਰਟਮੈਂਟ ਦਾ, ਕਿ ਇਹਦੇ ਵਿੱਚ ਜਿਹੜੀਆਂ ਬਹੁਤ ਸਾਰੀਆਂ ਜ਼ਮੀਨਾਂ ਜਿਹੜੀਆਂ ਉਹ ਮਸ਼ਤਰਕੇ ਖਾਤੇ ਆ। ਮਸ਼ਤਰਕੇ ਖਾਤੇ ਜਿਹੜੇ ਇੱਕ ਬੰਦਾ ਜਿਹੜਾ 20 ਸਾਲ ਤੋਂ 25 ਸਾਲ ਤੋਂ ਜ਼ਮੀਨ ਜਿਹੜੀ ਉਹ ਬਾਹਰ ਆ ਵਾ, ਔਰ ਦੂਸਰਾ ਜਿਹੜਾ ਉਹਦਾ ਸਾਂਝੀਦਾਰ ਆ ਉਹਦੀ ਜ਼ਮੀਨ ਜਿਹੜੀ ਆ ਉਹ ਸੜਕ ਤੋਂ ਬਾਹਰ ਹੈ, ਤੇ ਉਹ ਹੁਣ ਜਦੋਂ ਉਹਦੇ ਵਿੱਚ ਜ਼ਮੀਨ ਜਾਣੀ ਆ ਤਾਂ ਉਸ ਹਿੱਸਾ ਜਿਹੜਾ ਉਹ ਸਾਰਿਆਂ ਦਾ ਗਿਣਿਆ ਜਾ ਰਿਹਾ। ਲੇਕਿਨ ਇਹ ਹੈ ਕਿ ਉਹਨੂੰ ਜੇਕਰ ਉਸ ਦੇ ਬੰਦੇ ਤਕਸੀਮ ਕਰਕੇ ਤਾਂ ਉਹਦੀ ਜਿਹੜੀ ਇੰਤਕਾਲ ਉਹਨਾਂ ਦੇ ਨਾਂ ਦੇ ਉੱਤੇ ਕਰਕੇ ਤਾਂ ਉਹਨੂੰ ਜਿਹੜਾ ਅਕਵਾਇਰ ਕੀਤਾ ਜਾਵੇ, ਨਹੀਂ ਤਾਂ ਉਹ ਪਰਿਵਾਰਾਂ ਦੇ ਆਪਸੀ ਝਗੜੇ ਇੰਨੇ ਹੋਣਗੇ ਵੀ ਉਹਨੇ ਨਹੀਂ ਜਿੱਥੇ ਜਾਣੇ। ਆਪਾਂ ਮਾਰਨੇ ਦੀ ਮੇਰੇ ਪਿੰਡ ਟਿੱਬਾ ਵਿਖੇ 6 ਲੱਖ ਨੂੰ ਮਰਲਾ ਜੋ ਇਸ ਵੇਲੇ ਕੀਮਤ ਹੈਗੀ ਆ ਜਗ੍ਹਾ ਦੀ, ਮੈਂ ਤਾਂ ਦੋਨਾਂ ਸੜਕਾਂ ਦੇ ਵਿੱਚ ਪ੍ਰਭਾਵਿਤ ਹੋ ਰਹੀ ਹਾਂ। ਅਸੀਂ ਕਿੱਥੇ ਜਾਵਾਂਗੇ? ਕੋਈ ਨੌਕਰੀ ਨਹੀਂ, ਕੋਈ ਕੁਛ ਨਹੀਂ। ਜੇ ਅਕਵਾਇਰ ਕਰਨੀ ਆ ਜ਼ਮੀਨ, ਕਮ ਸੇ ਕਮ ਕਿਸਾਨ ਅੰਦੋਲਨ ਜਿਹੜਾ ਵਾ ਜਦ ਤੱਕ ਫਤਿਹ ਕਰਕੇ ਨਹੀਂ, ਆਪਦੀ ਜਿੱਤ ਪ੍ਰਾਪਤ ਕਰਕੇ ਨਹੀਂ ਆਉਂਦਾ, ਸਾਡੀਆਂ ਜ਼ਮੀਨਾਂ ਤੇ ਡਾਕੇ ਨਾ ਮਾਰੇ ਜਾਣ। ਔਰ ਅਕਵਾਇਰ ਕਰਨੀ ਤੇ ਬਾਅਦ ਵਿੱਚ ਜੋ ਫੈਸਲਾ ਹੋਊਗਾ ਅਕਵਾਇਰ ਕੀਤੀ ਜਾਵੇ। ਪਰ ਅਕਵਾਇਰ ਕਰਨ ਤੋਂ ਪਹਿਲਾਂ ਜਿਨ੍ਹਾਂ ਦੀਆਂ ਜ਼ਮੀਨਾਂ ਇਹਨਾਂ ਜਾਮਨਗਰ ਕਟੜਾ ਦੇ ਵਿੱਚ ਆ ਰਹੀਆਂ ਹਨ, ਉਹਨਾਂ ਨੂੰ ਕਮ ਸੇ ਕਮ ਇੱਕ ਨੂੰ ਸਰਕਾਰੀ ਨੌਕਰੀ ਤੇ ਜੋ ਵੀ ਰੇਟ ਵੱਧ ਤੋਂ ਵੱਧ ਸਾਨੂੰ ਮਿਲੇ। ਪਰ ਉਹ ਬਾਅਦ ਦਾ ਫੈਸਲਾ ਜਦ ਤੱਕ ਜਿਹੜੀ ਚੀਜ਼ ਵਿਕਦੀ ਹੋਵੇ, ਜਿਹੜੀ ਚੀਜ਼ ਅਸੀਂ ਵੇਚਣ ਨੂੰ ਤਿਆਰ ਨਹੀਂ, ਕਿਸਾਨਾਂ ਕੋਲ ਖੋਣ ਨੂੰ ਤਿਆਰ ਆ। ਸਾਡਾ ਜੋ ਵੀ ਹੈਗਾ ਮਹਿਕਮਾ ਹੈਗਾ ਵਾ। ਜਿਵੇਂ ਵੀ ਮੈਂ ਪਹਿਲੇ ਦੱਸਿਆ ਕਿ 5,20,000 ਰੁਪਏ ਰੇਟ ਹੈ। ਜਿੱਥੇ ਕਿਤੇ ਤੁਹਾਨੂੰ ਮੈਂ ਆਪ ਚੈੱਕ ਕਰਵਾਵਾਂਗਾ, ਐਂਡ ਜ਼ਰੂਰ ਜਿਹੜੇ ਸਾਡੇ ਜਿਹੜੇ ਲੈਂਡ ਐਕੁਇਜ਼ੀਸ਼ਨ ਕਲੈਕਟਰ ਜਿਹੜੇ ਭੌ ਪ੍ਰਾਪਤੀ ਕਲੈਕਟਰ ਨੇ, ਜੋ ਕਿ ਡੀਆਰਓ ਸਾਹਿਬ ਨੇ ਜਾਂ ਐਸਡੀਐਮ ਸਾਹਿਬ ਨੇ ਵੱਖ-ਵੱਖ ਜਿਹੜੇ ਪ੍ਰੋਜੈਕਟਾਂ ਦੇ, ਉਹਨਾਂ ਨੂੰ ਜ਼ਰੂਰ ਮੇਰੇ ਵੱਲੋਂ ਵੀ ਦਿਸ਼ਾ ਨਿਰਦੇਸ਼ ਜਿਹੜੇ ਦਿੱਤੇ ਜਾਣਗੇ ਕਿ ਬਾਜ਼ਾਰੀ ਕੀਮਤ ਤੋਂ ਘੱਟ ਕਿਸੇ ਵੀ ਕੀਮਤ ਤੇ ਨਹੀਂ ਦਿੱਤੀ ਜਾਣੀ, ਉਸ ਤੋਂ ਵੱਧ ਹੀ ਮਿਲੇਗੀ। ਦੂਜੀ ਗੱਲ ਹੈ, ਕਿਤੇ ਕਿਤੇ ਖਾਸ ਤੌਰ ਤੇ ਤੁਹਾਨੂੰ ਲੱਗਦਾ ਕਿ ਜ਼ਮੀਨ ਦਾ ਮੁੱਲ ਬਹੁਤ ਘੱਟ ਹੈ, ਕਿਰਪਾ ਕਰਕੇ ਤੁਸੀਂ ਮੇਰੇ ਧਿਆਨ ਦੇ ਵਿੱਚ ਜ਼ਰੂਰ ਲੈ ਆਓ
ਬੇਸ਼ੱਕ ਤੁਸੀਂ ਦਫ਼ਤਰ ਆ ਕੇ ਕਦੇ ਵੀ ਦੇ ਦਿਓ, ਬੇਸ਼ੱਕ ਤੁਸੀਂ ਮੇਲ ਰਾਹੀਂ ਭੇਜ ਦਿਓ, ਅਸੀਂ ਉਹਨੂੰ ਬਿਲਕੁਲ ਆਨਰ ਕਰਾਂਗੇ, ਉਹਨੂੰ ਦੇਖਾਂਗੇ, ਵੈਰੀਫਾਈ ਕਰਵਾਵਾਂਗੇ। ਤੁਹਾਡੇ ਜੋ ਕਈ ਜਿਹੜੇ ਵੀਰ ਭਰਾ ਜਿਹੜੇ ਨੇ ਸੁਲਤਾਨਪੁਰ ਵਾਲੀ ਮੀਟਿੰਗ ਤੋਂ ਬਾਅਦ ਆ ਕੇ ਮਿਲੇ ਵੀ ਹੈ, ਤੁਸੀਂ ਬੇਸ਼ੱਕ ਉਹਨਾਂ ਤੋਂ ਪੁੱਛ ਸਕਦੇ ਹੋ ਇਸ ਮੀਟਿੰਗ ਦੇ ਵਿੱਚ ਵੀ ਨੇ ਕਿਹੋ ਜਿਹਾ ਆਪਣਾ ਰਵੱਈਆ ਰਿਹਾ, ਜਿਹੜਾ ਤੁਹਾਡੇ ਜ਼ਮੀਨਾਂ ਦੇ ਬਾਰੇ, ਜਿਹੜੇ ਇੰਤਕਾਲਾਂ ਦੇ ਬਾਰੇ ਤੇ ਜਿਹੜੇ ਰੇਟਾਂ ਦੇ ਬਾਰੇ। ਤੁਸੀਂ ਜੇ ਕੋਈ ਆਪਣਾ ਮੰਗ ਪੱਤਰ ਅੱਜ ਦੇਣਾ ਚਾਹੁੰਦੇ ਹੋ, ਤੁਸੀਂ ਦੇ ਸਕਦੇ ਹੋ ਜੀ, ਆਇਆ ਨਹੀਂ। ਮੀਟਿੰਗ ਤੋਂ ਬਾਅਦ ਦੇਣਾ ਚਾਹੁੰਦੇ ਹੋ, ਮੀਟਿੰਗ ਤੋਂ ਬਾਅਦ ਦੇ ਦਿਓ। ਜਦੋਂ ਰੇਲ ਕੋਚ ਫੈਕਟਰੀ ਬਣੀ ਆ ਜਨਾਬ, ਹਰ ਘਰ ਨੂੰ ਨੌਕਰੀ ਦਿੱਤੀ ਗਈ ਸੀ ਤੇ ਪੈਲੀ ਦੀ ਕੀਮਤ ਵੀ ਦਿੱਤੀ ਗਈ ਸੀ। ਦੋ ਚੀਜ਼ਾਂ ਦਿੱਤੀਆਂ ਸੀ। ਅੱਜ ਨਾ ਕੀਮਤ ਨਾ ਕੋਈ ਨੌਕਰੀ। ਕੋਚ ਫੈਕਟਰੀ ਦਾ ਪੁਰਾਣਾ ਰਿਕਾਰਡ ਵੇਖੋ ਕੱਢ ਕੇ। ਪ੍ਰੋਜੈਕਟ ਸੈਂਟਰ ਗਵਰਨਮੈਂਟ ਦਾ ਹੀ ਆ। ਸੈਂਟਰ ਗਵਰਨਮੈਂਟ ਦਾ ਉਹ ਨੌਕਰੀ ਤੁਹਾਨੂੰ ਕਿੱਥੇ ਮਿਲਣੀ ਆ? ਮੋਦੀ ਤੇ ਸਾਰਾ ਕੁਝ ਪ੍ਰਾਈਵੇਟ ਕਰ ਦੇਣ ਲੱਗਾ। ਜਦੋਂ ਸਰਕਾਰੀ ਇਹ ਲਿਖ ਕੇ ਭੇਜੋ, ਉਹਨਾਂ ਚਿਰ ਸਾਡੀਆਂ ਸੜਕਾਂ 'ਚ ਕੋਈ ਨਾ, ਉਹਦੇ ਖੇਤਾਂ 'ਚ ਕੋਈ ਨਾ ਵੜੇ। ਜ਼ਮੀਨ ਅਸੀਂ ਦੇਣੀ ਨਹੀਂ ਚਾਹੁੰਦੇ, ਪਰ ਫਿਰ ਵੀ ਉਹ ਘੱਟੋ ਘੱਟ ਉਹ ਮਸਲਾ ਹੱਲ ਹੋ ਜਾਏ, ਉਸ ਤੋਂ ਬਾਅਦ ਇੱਥੇ ਕੋਈ ਵੀ ਕਾਰਵਾਈ ਕੀਤੀ ਜਾਵੇ। ਹਾਂਜੀ ਇੱਕ ਮਿੰਟ ਨਹੀਂ ਸਰ ਜੀ, ਇਦਾਂ ਵਾ ਪਿਛਲੇ 5-7 ਸਾਲਾਂ 'ਚ ਕਿਸੇ ਚੀਜ਼ ਦਾ ਰੇਟ ਘਟਿਆ ਵਾ? ਨਹੀਂ ਨਾ ਘਟਿਆ। ਸਾਡੇ ਰੇਟ ਸੀਗਾ ਮਤਲਬ 560 960 ਹੈ। ਆਪਣਾ ਪਿੰਡ ਕਿਹੜਾ? ਪਿੰਡ ਗਿੱਲਾ ਜੀ, ਸੁਲਤਾਨਪੁਰ ਦੇ ਨਾਲ। ਅੱਛਾ, 960 ਰੇਟ ਜਿਹੜਾ ਸੀ ਉਹ 560 ਹੋ ਗਿਆ, 4 ਲੱਖ ਘਟ ਗਿਆ। ਤੁਸੀਂ ਉਦੋਂ ਦਾ ਤੇਲ ਦਾ ਰੇਟ ਦੇਖੋ, ਅੱਜ ਦਾ ਦੇਖੋ ਹੈ, ਉਹਨੂੰ ਰਿਕੁਆਇਰ ਕਰ ਲਓ, ਚਾਹੇ ਹੋਰ ਕਈ ਚੀਜ਼ਾਂ ਨੂੰ ਦੇਖ ਲਓ। ਜੇ ਉਹਨਾਂ ਨੂੰ ਦੇਖ ਕੇ ਦਿੰਨੇ ਆ ਤਾਂ ਫਿਰ ਦੇਖੋ ਕਿੱਥੇ ਜਾਂਦਾ ਵਾ। ਤੇ ਇਹ ਤਾਂ ਮਤਲਬ ਉਦੋਂ ਘਟਾਇਆ ਸਰਕਾਰ ਨੇ, ਮਤਲਬ ਇੱਕ ਮਿਲੀ ਭੁਗਤਣ ਵੀ ਤੁਹਾਨੂੰ ਦੇਣਾ ਵਾ ਤੇ ਹੋਰ ਘਟਾ ਦਿੰਨੇ ਆ, ਹੋਰ ਘਟ ਜੂਗਾ, ਹੋਰ ਘਟਾ ਦਿੰਨੇ ਆ। ਇਹ ਤਾਂ ਭਾਜੀ ਅੱਜ ਥੋੜੀ ਆ। 1972 ਦੇ ਵਿੱਚ 76 ਰੁਪਏ ਕਣਕ ਦਾ ਰੇਟ ਸੀ, ਤਨਖਾਹ ਸੀਗੀ 200-250 ਰੁਪਈਆ। ਅੱਜ ਉਸ ਮਾਸਟਰ ਦੀ, ਅਫਸਰ ਦੀ ਤਨਖਾਹ ਹੋ ਗਈ 80,000 ਰੁਪਈਆ। ਕਣਕ ਦਾ ਰੇਟ ਆ 1925 ਰੁਪਈਏ। ਸਾਡਾ ਵਧਿਆ 28%, ਉਹਨਾਂ ਦਾ ਵਧਿਆ 400%। ਤੁਹਾਨੂੰ ਅੱਗੇ ਕਿਹੜਾ ਕੁਝ ਮਿਲਦਾ ਵਾ? ਮਿਲਦਾ ਤਾਂ ਅੱਗੇ ਵੀ ਕੁਝ ਨਹੀਂ, ਜਿਹੜਾ ਹੈਗਾ ਉਹ ਵੀ ਖੋਣ ਨੂੰ ਫਿਰਦੇ ਆ। ਸਰ ਇੱਕ ਪੁਆਇੰਟ ਹੋ ਰਿਹਾ ਕਿ ਤੁਸੀਂ ਕਹਿ ਰਹੇ ਹੋ ਸਰ ਕਿ ਜਿੱਥੇ ਤੁਹਾਨੂੰ ਰੇਟ ਘੱਟ ਲੱਗਦਾ ਤੁਸੀਂ ਤੁਹਾਡੇ ਨਾਲ ਦੱਸੋ। ਸਰ ਕੱਲ ਐਸਡੀਐਮ ਭਲਾਤ ਨਾਲ ਤਕਰੀਬਨ ਘੰਟਾ ਡੇਢ ਸਾਡੀ ਗੱਲ ਹੋਈ ਹੈ। ਉਹਨਾਂ ਨੇ ਸਾਨੂੰ ਇਹ ਦੱਸਿਆ ਹੈ ਕਿ ਜਿਹੜਾ ਚਿਰ ਅਵਾਰਡ ਨਹੀਂ ਆਉਂਦਾ ਅਸੀਂ ਤੁਹਾਨੂੰ ਰੇਟ ਹੀ ਨਹੀਂ ਦੱਸਣਾ। ਇਹ ਗੱਲ ਉਹਨਾਂ ਵੱਲੋਂ ਕਹੀ ਗਈ ਹੈ ਸਾਨੂੰ। ਸਭ ਤੋਂ ਪਹਿਲੀ ਗੱਲ ਇਹ ਕਰਨੀ ਚਾਹੁੰਦੇ ਆ ਜੀ, ਇੱਕ ਬੰਨੇ ਤੇ ਸਰਕਾਰ ਲੋਕਡਾਊਨ ਲਾਉਂਦੀ ਆ, ਕਰੋਨਾ ਹੋਇਆ ਆ ਤੇ ਮੂੰਹ ਬੰਦ ਰੱਖੋ। ਦੂਜੇ ਬੰਨੇ ਤੁਸੀਂ ਆ ਜਾਂਦੇ ਹੋ, ਸਾਡੇ ਅਫਸਰ ਸਾਹਿਬਾਨ ਆਏ ਨੇ ਕਿ ਤੁਸੀਂ ਮੂੰਹ ਖੋਲੋ, ਦੱਸੋ ਅਸੀਂ ਕਿਹੜਾ ਕੰਮ ਕਰੀਏ। ਇਹ ਜ਼ਰੂਰੀ ਸੀ ਮੀਟਿੰਗ। ਅਸੀਂ ਸਾਡੇ ਏਡੀਸੀ ਸਾਹਿਬ ਸ੍ਰੀ ਰਾਹੁਲ ਚਾਂਬਾ ਜੀ, ਆਪਾਂ ਸੁਲਤਾਨਪੁਰ ਵੀ ਸਾਡੇ ਨਾਲ ਇਹੀ ਕਮਿਟਮੈਂਟ ਹੋਈ ਸੀ। ਤੁਸੀਂ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਜਿੰਨਾ ਚਿਰ ਦਿੱਲੀ ਆ ਮਸਲਾ ਹੱਲ ਨਹੀਂ ਹੁੰਦਾ, ਉਹਨਾਂ ਚਿਰ ਅੱਗੇ ਤੋਂ ਨਾ ਤੇ ਕੋਈ ਮੀਟਿੰਗ ਹੋਊਗੀ ਔਰ ਨਾ ਹੀ ਕੋਈ ਇਹ ਨੈਸ਼ਨਲ ਐਕਸਪ੍ਰੈਸਵੇ ਵਾਲੇ ਤੁਹਾਡੇ ਖੇਤਾਂ 'ਚ ਆਉਣਗੇ। ਪਰ ਉਸ ਤੋਂ ਬਾਅਦ ਦੇ ਵਿੱਚ ਅਸੀਂ ਬਹੁਤ ਥਾਈਂ ਇਹਨਾਂ ਨੂੰ ਫੜਿਆ। ਉਧਰ ਰਣਧੀਰਪੁਰ ਆਏ, ਸਾਨੂੰ ਇਹਨਾਂ ਨੇ ਇਤਲਾਹ ਕੀਤੀ, ਅਸੀਂ ਉੱਥੇ ਆਏ। ਅਸੀਂ ਉਹਨਾਂ ਨੂੰ ਪੁੱਛਿਆ ਵੀ ਦੱਸੋ ਤੁਸੀਂ ਕਿਹਦੀ ਇਜਾਜ਼ਤ ਲੈ ਕੇ ਆਏ ਆ, ਤੁਹਾਨੂੰ ਕਿਸ ਅਫਸਰ ਸਾਹਿਬਾਨ ਨੇ ਮਨਜ਼ੂਰੀ ਦਿੱਤੀ ਆ? ਉਹ ਕਹਿੰਦੇ ਸਾਨੂੰ ਕਿਸੇ ਨੇ ਨਹੀਂ ਦਿੱਤੀ। ਹੁਣ ਤੁਸੀਂ ਦੱਸੋ ਵੀ ਇਹਦਾ ਮਤਲਬ ਕੀ ਹੋਇਆ? ਅਸੀਂ ਕੀ ਸਮਝੀਏ? ਮਨਜ਼ੂਰੀ ਤੋਂ ਬਿਨਾਂ ਕਿੱਦਾਂ ਆ ਸਕਦੇ ਆ? ਪੰਜਾਬ ਸਰਕਾਰ ਇੱਕ ਬੰਨੇ ਸਾਡੇ ਨਾਲ ਮੀਟਿੰਗਾਂ ਕਰਦੀ ਆ ਹੈ। ਸਿੰਗਲਾ ਸਾਹਿਬ ਨੇ ਅੱਗੇ 3 ਮੀਟਿੰਗਾਂ ਕੀਤੀਆਂ, ਅੱਜ ਫੇਰ ਚੱਲਦੀ ਆ। ਔਰ ਜਦੋਂ ਮੀਟਿੰਗਾਂ ਕਰਦੀ ਆ, ਜਿੰਨਾ ਚਿਰ ਉਹ ਕੋਈ ਮਸਲਾ ਹੱਲ ਨਹੀਂ ਹੁੰਦਾ, ਜਿੰਨਾ ਚਿਰ ਕਿਸੇ ਆਪਾਂ ਨਤੀਜੇ ਤੇ ਨਹੀਂ ਪਹੁੰਚਦੇ, ਇਹਨਾਂ ਮੀਟਿੰਗਾਂ ਦਾ ਮੈਂ ਸਮਝਦਾ ਕੋਈ ਇਹ ਕਿਸਮ ਦੇ ਪਰਿਆਵਰਣ ਨਾਲ ਵੀ ਤੁਹਾਡਾ ਇਹਦਾ ਸੰਪਰਕ ਹੈ। ਇਹਦੇ ਬਾਰੇ ਐਕਸ਼ਨ ਸਾਹਿਬ ਵੱਲੋਂ, ਪ੍ਰੋਜੈਕਟ ਡਾਇਰੈਕਟਰ ਸਾਹਿਬ ਵੱਲੋਂ ਸਾਫ਼ ਕਿਹਾ ਗਿਆ ਹੈ ਕਿ ਜਿੱਥੇ ਕਿਤੇ ਫਰਜ਼ ਕਰੋ ਕਿ ਤੁਹਾਡੀ ਟਿਊਬਵੈਲ ਦੀ ਲਾਈਨ ਜੇ ਲੰਘਦੀ ਹੈ, ਟਿਊਬਵੈਲ ਦੀ ਲਾਈਨ ਨੂੰ ਨਹੀਂ ਛੇੜਿਆ ਜਾਏਗਾ, ਤੋੜਿਆ ਨਹੀਂ ਜਾਏਗਾ। ਜੇਕਰ ਕਿਸੇ ਕਾਰਨ ਕਰਕੇ ਟੁੱਟ ਜਾਂਦੀ ਹੈ, ਕਹਿੰਦੇ ਨੈਸ਼ਨਲ ਹਾਈਵੇ ਉਹ ਨਹੀਂ ਸਰ, ਇਹ ਨਹੀਂ ਆ ਗੱਲ ਹੈ। ਹਾਂਜੀ ਗੱਲ ਇਹ ਹੈ ਕਿ ਇਨ ਐਡੀਸ਼ਨ ਅਸਲ ਵਿੱਚ ਹੋਰ ਵੀ ਗੱਲ ਹੈ। ਇਨ ਐਡੀਸ਼ਨ ਜਿਹੜੀ ਪਾਣੀ ਕਿਸਾਨ ਦੀ, ਮੈਂ ਜੋ ਵੀ ਤੁਸੀਂ ਗੱਲਾਂ ਕਹੀਆਂ ਨੇ, ਜੋ ਵੀ ਤੁਸੀਂ ਪਹਿਲਾਂ ਗੱਲਾਂ ਸੁਲਤਾਨਪੁਰ ਗਈਆਂ,
ਉਹ ਸਾਰੀਆਂ ਗੱਲਾਂ ਹੂ ਉਸੇ ਢੰਗ ਨਾਲ ਸਰਕਾਰ ਨੂੰ ਉਹ ਪਹੁੰਚਾਈਆਂ ਨੇ। ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਜਿਹੜੀ ਆਪਾਂ ਗੱਲ ਕੀਤੀ ਹੈ ਕਿ ਆਪਾਂ ਮੀਟਿੰਗ ਅੱਜ ਇੱਥੇ ਕਿਉਂ ਕੀਤੀ, ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਸੁਲਤਾਨਪੁਰ ਵਾਲੀ ਜਿਹੜੀ ਮੀਟਿੰਗ ਸੀਗੀ ਉਹ ਵੱਖਰੇ ਪ੍ਰੋਜੈਕਟ ਦੀ ਸੀ, ਇਹ ਜਿਹੜੀ ਮੀਟਿੰਗ ਹੈ ਆਪਾਂ ਵੱਖਰੇ ਪ੍ਰੋਜੈਕਟ ਦੀ ਸੀ। ਮੈਂ ਜੋ ਵੀ ਤੁਸੀਂ ਆਪਣਾ ਕਿਹਾ ਇਸ ਮੀਟਿੰਗ ਦੇ ਬਾਰੇ ਜਾਂ ਆਪਣੀ ਰਾਏ ਜਾਂ ਰਵੱਈਆ ਜੋ ਪ੍ਰੋਜੈਕਟਾਂ ਦੇ ਬਾਰੇ ਜਾਂ ਜ਼ਮੀਨ ਦੇਣ ਦੇ ਬਾਰੇ ਹੈ, ਅਸੀਂ ਹੁਕਮ ਅਜਿਹਾ ਢੰਗ ਨਾਲ ਹੀ ਸਰਕਾਰ ਨੂੰ ਜਿਹੜਾ ਹੈ ਉਹ ਪਹੁੰਚਾਵਾਂਗੇ। ਬਟ ਇੰਨਾ ਮੈਂ ਜ਼ਰੂਰ ਤੁਹਾਨੂੰ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਜਿੱਥੋਂ ਵੀ ਪੰਜਾਬ ਸਰਕਾਰ ਦਾ ਸੰਬੰਧ ਹੈ, ਜਿੱਥੋਂ ਵੀ ਤੁਹਾਡੇ ਆਪਣੇ ਜ਼ਿਲ੍ਹੇ ਦੇ ਜ਼ਿਲ੍ਹਾ ਪ੍ਰਸ਼ਾਸਨ ਦਾ ਸਵਾਲ ਹੈ, ਉਹ ਬਿਲਕੁਲ ਕਿਸਾਨਾਂ ਦੇ ਨਾਲ ਹੀ ਹੈ। ਜਿਹੜੇ ਤੁਹਾਡੇ ਇੰਟਰਸਟ ਨੇ, ਜੋ ਤੁਸੀਂ ਬੀਜਦੇ ਹੋ ਅਸੀਂ ਖਾਂਦੇ ਹਾਂ। ਮੈਂ ਵੀ ਕਿਸਾਨ ਪਰਿਵਾਰ ਦੇ ਨਾਲ ਹੀ ਸੰਬੰਧ ਰੱਖਦਾ, ਇਸ ਕਰਕੇ ਮੈਂ ਤੁਹਾਡੀ ਭਾਵਨਾ ਹੋਰ ਕੋਈ ਸਮਝੇ ਨਾ ਸਮਝੇ ਮੈਨੂੰ ਪਤਾ ਨਹੀਂ, ਘੱਟੋ ਘੱਟ ਮੈਂ ਜ਼ਰੂਰ ਸਮਝਦਾ। 4 ਸਾਲ ਹੋ ਗਏ ਨੇ ਮੈਨੂੰ ਇਸ ਜ਼ਿਲ੍ਹੇ ਦੇ ਵਿੱਚ ਹੋਣ ਵਾਲੇ ਨੇ, ਕਈਆਂ ਦਾ ਮੇਰੇ ਨਾਲ ਵਾਹ ਵਾਸਤਾ ਪਿਆ ਵੀ ਹੋਣਾ। ਮੈਂ ਦੇਖ ਵੀ ਰਿਹਾ, ਮੈਨੂੰ ਸਾਹਿਬ ਨੂੰ ਸਾਫ਼ ਕਿਹਾ ਗਿਆ ਕਿ ਜਿੱਥੇ ਕਿਤੇ ਫਰਜ਼ ਕਰੋ ਕਿ ਤੁਹਾਡੇ ਟਿਊਬਵੈੱਲ ਦੀ ਲਾਈਨ ਜੇ ਲੰਘਦੀ ਹੈ, ਟਿਊਬਵੈੱਲ ਦੀ ਲਾਈਨ ਨੂੰ ਨਹੀਂ ਛੇੜਿਆ ਜਾਏਗਾ, ਤੋੜਿਆ ਨਹੀਂ ਜਾਏਗਾ। ਜੇਕਰ ਕਿਸੇ ਕਾਰਨ ਕਰਕੇ ਟੁੱਟ ਜਾਂਦੀ ਹੈ, ਕਹਿੰਦੇ ਨੈਸ਼ਨਲ ਹਾਈਵੇ ਉਹ ਹਾਂਜੀ ਇਨ ਐਡੀਸ਼ਨ ਅੱਛਾ ਇੱਕ ਹੋਰ ਵੀ ਗੱਲ ਹੈ, ਇਨ ਐਡੀਸ਼ਨ ਜਿਹੜੀ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਹੈ ਉਹ ਵੀ ਨੈਸ਼ਨਲ ਹਾਈਵੇ ਵੱਲੋਂ ਕੀਤਾ ਜਾਏਗਾ। ਉਹ ਪ੍ਰੋਜੈਕਟ ਪ੍ਰਪੋਜ਼ਲ ਦਾ ਹਿੱਸਾ ਹੀ, ਤਜਵੀਜ਼ ਦਾ ਹਿੱਸਾ ਹੀ। ਗੱਲ ਉਧਰ ਨੂੰ ਲਿਆਓ, ਉਹ ਤਾਂ ਧੱਕੇ ਨਾਲ ਖੋਣ ਨੂੰ ਤਿਆਰ ਹੋਏ ਹੋਏ, ਇੱਧਰ ਵੀ ਮਗਰ ਉੱਤੇ ਚਲੇ ਗਏ ਸਾਰੇ। ਏਦਾਂ ਮੁੜ ਕੇ ਚੱਲ ਰਿਹਾ, ਉਹ ਜੰਗ ਜਿੱਤੀ ਜੂ, ਬਾਅਦ ਚ ਹੋਊ ਜੋ ਹੋਊ।